ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੌਲ ਸਾਹਿਬ ਅ ਵੈਰੀ ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ। ਆਪਣੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਜੀ। ਜੌਲ ਸਾਹਿਬ ਵਧੀਆ, ਸਭ ਕੁਝ ਠੀਕ ਠਾਕ? ਹਾਂ ਬਿਲਕੁਲ ਚੜ੍ਹਦੀ ਕਲਾ। ਦੇਖੋ ਇੰਨਾ ਹੀ ਬੜਾ ਕਲੋ ਵੀ ਧੰਨਤਾ ਦੇ ਪਾਤਰ ਆਪਾਂ ਹੁੰਨੇ ਆ ਅਕਾਲ ਪੁਰਖ ਪ੍ਰਮਾਤਮਾ ਦੇ, ਜਦੋਂ ਵੀ ਹਰ ਸਵੇਰੇ ਮਾਰਨਿੰਗ ਨੂੰ ਇੱਕ ਖੂਬਸੂਰਤ ਦਿਨ ਆ ਜਿਹੜਾ ਜੀ ਵੀ ਚੜ੍ਹ ਆਵੇ ਜੀ। ਸੋ ਇਹ ਦਿਵਸ ਰਾਤ ਦੋ ਦਾਈ ਦਾ ਆ, ਉਹਦੇ ਖੇਲ ਦੇ ਵਿੱਚ ਹੀ ਇਹ ਸਾਰਾ ਜਗਤ ਆ ਜਿਹੜਾ ਜੀ ਵੀ ਉਹ ਖੇਲ ਰਿਹਾ ਜੀ 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 ਜੀ। ਇਸ ਕਰਕੇ ਖੂਬਸੂਰਤ ਦਿਨ ਚੜਿਆ। ਬਹੁਤ ਬਹੁਤ ਧੰਨਵਾਦ, ਵੈਲਕਮ ਸਾਰਿਆਂ ਦਾ। ਕੱਲ ਖਾਲਸਾ ਡੇ ਪਰੇਡ ਤਾਂ ਨਹੀਂ, ਬਟ ਖਾਲਸਾ ਡੇ ਦੀਵਾਨ ਕੱਲ ਸਜਾਇਆ ਗਿਆ ਜੀ ਸਿਟੀ ਹਾਲ ਦੇ ਆਲੇ ਦੁਆਲੇ, ਐਂਡ ਬਹੁਤ ਧੂਮ ਧਮਾਕੇ ਦੇ ਨਾਲ ਸੈਲੀਬ੍ਰੇਟ ਕੀਤਾ ਗਿਆ ਸੀ। ਓਨਟਾਰੀਓ ਸਿੱਖ ਕਾਉਂਸਲ ਜੋ ਕਮੇਟੀ ਹੈ ਜੀ, ਉਹਨਾਂ ਨੇ ਬਹੁਤ ਖੂਬ ਤਰੀਕੇ ਦੇ ਨਾਲ ਇਸ ਨੂੰ ਪੇਸ਼ ਕੀਤਾ ਗਿਆ। ਅਤੇ ਪਹਿਲਾਂ ਤਾਂ ਵਧਾਈ ਦੇ ਪਾਤਰ ਪੂਰੀ ਦੀ ਪੂਰੀ ਟੀਮ ਕਿ ਕੱਲ ਬਹੁਤ ਵੱਡਾ ਇਕੱਠ ਹੋਇਆ ਜੀ। ਹਾਂ ਬਿਲਕੁਲ ਅਰਸ਼, ਇਹ ਓਨਟਾਰੀਓ ਸਿੱਖ ਸੈਂਟ ਗੁਰਦੁਆਰਾ ਕੌਂਸਲ ਉਹਨਾਂ ਨਾਲ ਜਿਹੜੇ ਹੋਰ ਗੁਰਦੁਆਰਾ ਸਾਹਿਬ ਮੈਂਬਰ ਆਪੀ ਸਹਿਯੋਗ ਦੇ ਨਾਲ ਹੀ, ਤੁਹਾਨੂੰ ਪਤਾ ਵੀ ਟੀਮ ਵਰਕ ਇਹ ਹੁੰਦਾ ਹੈ ਜੀ। ਤੇ ਇਹ ਵੈਸੇ ਨਾ 1978 ਚ ਕਹਿ ਲਓ ਵੀ 44 ਸਾਲ ਪਹਿਲਾਂ ਬੜੀ ਇਹ ਸੋਚ ਸੀ ਪਈ, ਜਦੋਂ ਅਜੇ ਥੋੜ੍ਹੀ ਗਿਣਤੀ ਦੇ ਵਿੱਚ ਆਪਣੀ ਕਮਿਊਨਿਟੀ ਚ ਲੋਕ ਇੱਥੇ ਆਏ ਸੀਗੇ ਵੀ ਉਦੋਂ ਰੇਸਿਜ਼ਮ ਵੀ ਸਿੱਖ ਕੌਮ ਨਾਲ ਸੀਗਾ, ਉਹਨਾਂ ਦੀ ਦਿੱਖ ਕਰਕੇ ਵੀ ਇੱਥੇ ਦੇ ਲੋਕਾਂ ਵਾਸਤੇ ਕੌਮ ਨਵੀਂ ਸੀ, ਉਹਨਾਂ ਨੂੰ ਬਾਹਲੀ ਇਹਦਾ ਨੌਲੇਜ ਨਹੀਂ ਸੀ ਵੀ ਇਹ ਕੌਣ ਲੋਕ ਨੇ। ਸੋ ਇਸ ਤਰ੍ਹਾਂ ਹੀ ਜਾਣੀ ਵੀ ਆਪਣੇ ਬਾਰੇ ਚ ਦੱਸਣ ਦੇ ਲਈ ਦੀ ਭਾਵਨਾ ਦੇ ਨਾਲ ਹੀ ਇਹ ਡਾਊਨ ਟਾਊਨ ਦੇ ਵਿੱਚ ਜਿਹੜਾ ਜੀ ਵੀ ਉਸ ਵੇਲੇ ਆਯੋਜਿਤ ਕਰਨਾ ਸ਼ੁਰੂ ਕੀਤਾ ਗਿਆ ਇਹ ਨਗਰ ਕੀਰਤਨ। ਉਸ ਵੇਲੇ ਨਾ 400-500 ਲੋਕ ਹੀ ਜਾਣੀ ਮਸੀਂ ਨਗਰ ਕੀਰਤਨ ਚ ਪਹੁੰਚ ਸਕਦੇ ਸੀ, ਕਿਉਂਕਿ ਉਹ ਜੇ ਕਮਿਊਨਿਟੀ ਤਾਂ ਬਿਲਕੁਲ ਆਉਣਾ ਹੀ ਸ਼ੁਰੂ ਹੋਏ ਸੀ ਲੋਕ। ਤੇ ਇਹਦੇ ਨਾਲ ਹੀ ਫਿਰ ਜਾਣੀ ਉਸ ਤੋਂ ਬਾਅਦ ਫਿਰ ਜਾਣੀ 500 ਤੋਂ 5000 ਹੋਏ, ਫਿਰ 50,000 ਹੋ ਗਏ। ਹੁਣ ਤਾਂ ਤੁਸੀਂ ਜਿਸ ਤਰ੍ਹਾਂ ਕਿਹਾ ਵੀ ਨੰਬਰ ਜਿਹੜੇ ਆ ਉਹ ਗਿਣਨੇ ਔਖੇ ਹੋ ਜਾਂਦੇ ਆ, ਵੀ ਆਮ ਜਿਹੜਾ ਲੱਖ ਤੱਕ ਇਕੱਠ ਲੋਕਾਂ ਦਾ ਹੋ ਜਾਣਾ ਸੰਗਤ ਦਾ ਉੱਥੇ। ਪਰ ਕਿਉਂਕਿ ਜੀ 2 ਸਾਲਾਂ ਦੇ ਵਕਫੇ ਤੋਂ ਬਾਅਦ ਇਹ ਸਾਰਾ ਕੋਵਿਡ ਤੋਂ ਬਾਅਦ ਆਰੰਭ ਹੋਇਆ ਇੱਕ ਵਾਰ ਫੇਰ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਉਹਦੇ ਵਿੱਚ। ਪਰ ਫਿਰ ਜਿਹੜਾ ਸਮਾਗਮ ਸੀਗਾ ਜੀ ਵੀ ਇਸ ਵਾਰ ਉਹ ਲਿਮਿਟਡ ਸੀਗਾ ਸਿਰਫ ਸਿਟੀ ਹਾਲ ਤੱਕ, ਉੱਥੇ ਨੇਥਨ ਫਿਲਿਪ ਸਕੁਏਅਰ ਤੱਕ। ਉੱਥੇ ਫਿਰ ਕੱਲ ਜੀ ਵੀ ਸਾਰਾ ਦਿਨ ਜਿਹੜਾ ਤੁਰਕੀ ਬਾਣੀ ਦਾ ਕਹਿ ਲਓ ਵੀ ਅਟੁੱਟ ਪ੍ਰਵਾਹ ਵੀ ਚੱਲਿਆ, ਢਾਡੀ ਵਾਰਾਂ ਵੀ ਹੋਈਆਂ। ਨਗਰ ਕੀਰਤਨ ਚਲੋ ਨਹੀਂ ਪ੍ਰਸਥਾਨ ਕੀਤਾ ਜਾ ਸਕਿਆ ਜੀ ਬੈਟਰ ਲਿਵਿੰਗ ਸੈਂਟਰ ਤੋਂ, ਪਰ ਇਹਦੇ ਨਾਲ ਹੀ ਜਿਹੜਾ ਜੀ ਕੀਰਤਨ ਦਾ ਪ੍ਰਵਾਹ ਜਿਹੜਾ ਜੀ ਉਹ ਸਾਰਾ ਦਿਨ ਉੱਥੇ ਚੱਲਦਾ ਰਿਹਾ। ਇਹਦੇ ਨਾਲ ਹੀ ਫਿਰ ਜਿਹੜੀਆਂ ਲੰਗਰ ਦੀਆਂ ਸੇਵਾਵਾਂ ਬੜੀਆਂ ਮਹਾਨ ਚੱਲੀਆਂ ਉੱਥੇ। ਅਟੁੱਟ ਜਿਹੜੇ ਜੀ ਪੀ ਲੰਗਰ ਵਰਤੇ, ਤੇ ਉਹਦੇ ਨਾਲ ਜਿਹੜੇ ਵੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਵੋਲੰਟੀਅਰ, ਜਿਸ ਤਰ੍ਹਾਂ ਤੁਸੀਂ ਕਿਹਾ ਨਾ ਵੀ ਟੀਮ ਹੈ, ਵੀ ਉਹਦੇ ਵਿੱਚ ਬਹੁਤ ਵੱਡਾ ਜਿਹੜਾ ਇਹ ਕੰਟਰੀਬਿਊਸ਼ਨ ਆ, ਜਾਣੀ ਕਿ ਵੀ ਆਪਣੇ ਆਪ ਹੀ ਆਪ ਮੁਹਾਰੇ ਲੋਕ ਜਿਹੜੇ ਉੱਥੇ ਸੇਵਾਵਾਂ ਦੇ ਵਿੱਚ ਜੁੜ ਜਾਂਦੇ ਨੇ ਆ ਕੇ, ਸੇਵਾਦਾਰ। ਸੋ ਉਹਨਾਂ ਦੇ ਸਦਕਾ ਜਿਹੜਾ ਜੀ ਵੀ ਉੱਥੇ ਸਫਾਈ ਦਾ ਜਾਣੀ ਆਲੇ ਦੁਆਲੇ ਦੇ ਵਿੱਚ ਮਾਹੌਲ, ਹੁਣ ਕਮਿਊਨਿਟੀ ਬੜੀ ਜਾਗਰੂਕ ਆ ਸਫਾਈ ਬਾਰੇ, ਕਦੇ ਨਹੀਂ ਵੀ ਸੀ ਹੁੰਦੇ ਆਪਾਂ ਇੰਨੇ। ਤੇ ਫਿਰ ਸ਼ਿਕਾਇਤਾਂ ਮਿਲਦੀਆਂ ਸੀ ਵੀ ਆਪਾਂ ਘਾਹ ਤੇ ਤੁਰਦੇ ਹਾਂ ਜੀ, ਆਪਾਂ ਜਿੱਥੇ ਜੀ ਕਰਦਾ ਉੱਥੇ ਕੱਪ ਪਲੇਟਾਂ ਸੁੱਟ ਦਿੰਦੇ ਆ ਜੀ। ਏਦਾਂ ਹੁਣ ਬਹੁਤ ਕਿਤੇ ਘੱਟ ਜਾਣੀ ਕੋਈ ਵਿਰਲਾ ਟਾਵਾਂ ਹੋਊਗਾ ਹਨਾ। ਸੋ ਉਸ ਲਿਹਾਜ਼ ਨਾਲ ਪਰ ਜਿੱਦਾਂ ਹੁਣ ਛਕ ਰਹੇ ਆ ਲੰਗਰ, ਉਹਦੇ ਨਾਲ ਹੀ ਜਾਣੀ ਇੰਨੇ ਕੁ ਸੇਵਾਦਾਰ ਘੁੰਮੀ ਜਾਂਦੇ ਆ ਬੈਗ ਲੈ ਲੈ ਕੇ, ਵੀ ਕਿਸੇ ਨੂੰ ਮੌਕਾ ਹੀ ਨਹੀਂ ਮਿਲਦਾ ਵੀ ਉਹ ਜਿੱਥੇ ਕਰੇ ਵੀ ਉਹ ਫਿਰ ਖਾਲੀ ਜਿਹੜੀ ਉਹ ਬਾਅਦ ਚ ਸੁੱਟ ਦੇਣ। ਉਹ ਜਾਣੀ ਉਹ ਜਦੋਂ ਸੁੱਟਣੀ ਹੁੰਦੀ ਆ ਕੋਈ ਨਾ ਕੋਈ ਅੱਗੇ ਆ ਹੀ ਜਾਂਦੇ ਆ ਲਗਭਗ ਹਨਾ। ਸੋ ਇੰਨੀ ਉਹਨਾਂ ਦਾ ਕਹਿ ਲਓ ਵੀ ਸੇਵਾ ਵੱਡੀ ਹੈ। ਇਹਦੇ ਨਾਲ ਹੀ ਫਿਰ ਜੀ ਵੀ ਇਹ ਚਾਹ ਦੇ ਖੁੱਲੇ ਲੰਗਰ, ਜਲ ਠੰਡਾ, ਕਈ ਤਰ੍ਹਾਂ ਦੇ ਕਹਿ ਲਓ ਵੀ ਜੂਸਿਸ, ਦਾਲ ਪ੍ਰਸ਼ਾਦਾ ਤੇ ਸੀ। ਉਹਦੇ ਨਾਲ ਹੀ ਪਿੰਨੀਆਂ ਤੱਕ ਪੂਰੀਆਂ ਜਿਹੜੀਆਂ ਜੀ ਉੱਥੋਂ ਨਾਲੋਂ ਨਾਲ ਬਣਾ ਕੇ ਦਿੱਤੀਆਂ ਜਾ ਰਹੀਆਂ ਸੀਗੀਆਂ। ਤੇ ਸਾਗ ਤੇ ਮੱਕੀ ਦੀ ਰੋਟੀ ਤਾਂ ਸੀਗੀ, ਤੇ ਜਦੋਂ ਸਾਗ ਦੇ ਉੱਤੇ ਪਾਉਂਦੇ ਸੀ ਨਾ ਮੱਖਣ ਤੇ ਨਾਲ ਉਹ ਦੱਸ ਦਿੰਦੇ ਸੀ ਵੀ ਇਹ ਕੈਲਸਟਰੋਲ ਹੁੰਦਾ, ਫਿਰ ਮੁੜ ਕੇ ਨਾ ਕਿ ਉਹ ਹਨਾ। ਪਰ ਕੱਲ ਦਾ ਇੱਕ ਦਿਨ ਇਹੋ ਜਿਹਾ ਸੀਗਾ ਵੀ ਲੋਕ ਜਾਣੀ ਫਿਰ ਉਸ ਮੌਕੇ ਤੇ ਪਰਹੇਜ਼ ਜਿਹੜੇ ਸਾਰਾ ਸਾਲ ਘਰੇ ਬਹਿ ਕੇ ਕੀਤੇ ਗਏ ਹੁੰਦੇ, ਫਿਰ ਉਹ ਕਹਿੰਦੇ ਚੱਲ ਛੱਡੋ ਅੱਜ ਕੀ ਪਰਹੇਜ਼ ਕਰਨਾ, ਵੀ ਜੋ ਮਿਲਦਾ ਖਾਈ ਚੱਲੋ ਹਨਾ, ਪੀ ਚੱਲੋ ਜੀ। ਜੇ ਜਾਣੀ ਕੜੀ ਚੌਲ ਮਿਲ ਗਏ ਉਹ ਛਕ ਲਏ, ਜੇ ਫਰੂਟ ਮਿਲ ਗਏ ਉਹ ਲੈ ਲਿਆ, ਆਈਸਕ੍ਰੀਮ ਲੈ ਲਈ ਹਾਂਜੀ, ਜਾਂ ਫਿਰ ਉਹ ਜਿਹੜਾ ਆਪਣਾ ਹਰਮਨ ਪਿਆਰਾ ਸਨੈਕਸ ਪਕੌੜੇ ਆ ਉਹ ਤਾਂ ਜਗ੍ਹਾ ਜਗ੍ਹਾ ਸੀਗੇ। ਏਦਾਂ ਹੀ ਹੋਰ ਮੱਠੀਆਂ ਤੱਕ ਵੀ ਸੀਗੀਆਂ। ਸੋ ਕੋਈ ਅੰਤ ਨਹੀਂ ਸੀਗਾ ਇਸ ਉਹ ਬੇਅੰਤ ਰਸਦਾਂ ਉੱਥੇ ਜਿਹੜੀਆਂ ਜੀ ਵੀ ਦੇਖੋ, ਭਾਵੇਂ ਆਪਾਂ ਕਹਿ ਰਹੇ ਹਾਂ ਵੀ ਮਹਿੰਗਾਈ ਬਹੁਤ ਹੋ ਗਈ ਆ ਜੀ, ਹਰ ਚੀਜ਼ ਬੜੀ ਮਹਿੰਗੀ ਹੋ ਗਈ ਆ, ਪਰ ਉੱਥੇ ਜਾਣੀ ਸੇਵਾਦਾਰਾਂ ਵੱਲੋਂ ਇਹ ਪਹੁੰਚਾਏ ਗਏ ਲੰਗਰਾਂ ਦੀਆਂ ਰਸਦਾਂ ਤੋਂ ਲੱਗਦਾ ਹੀ ਨਹੀਂ ਸੀਗਾ ਵੀ ਸਾਡੇ ਲੰਗਰਾਂ ਤੇ ਮਹਿੰਗਾਈ ਦਾ ਕੋਈ ਅਸਰ ਆ ਹਨਾ। ਸੋ ਇਹ ਇੱਕ ਜ਼ਰੂਰ ਸੀਗਾ ਵੀ ਜਾਣੀ
ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ, ਜਾਣੀ ਪੰਡਾਲ ਦੇ ਵਿੱਚ ਜਾ ਕੇ ਸਜਣ ਵਾਲੀ ਸੰਗਤ ਘੱਟ ਸੀ। ਸਾਰਾ ਦਿਨ ਜਾਣੀ ਲੰਗਰਾਂ ਦੇ ਦੁਆਲੇ ਵੱਡਾ ਜਿਹੜਾ ਜੀ ਕੋਈ ਲਾਈਨ ਅਪ ਉਹ ਸਾਰਾ ਦਿਨ ਹੀ ਚੱਲਦਾ ਰਿਹਾ ਹਨਾ ਜੀ। ਤੇ ਪਿਕਨਿਕ ਵਾਲਾ ਵੀ ਮਾਹੌਲ ਸੀਗਾ ਕਿਉਂਕਿ ਵੈਦਰ ਬੜਾ ਖੂਬਸੂਰਤ ਸੀ। ਬਹੁਤ ਸਾਰੇ ਭੈਣ ਭਰਾ ਜਾਣੀ ਕਿ ਗਏ, ਗੱਡੀ ਉੱਥੇ ਥੱਲੇ ਪਾਰਕ ਕੀਤੀ ਜਿੱਥੇ ਜਾਂ ਜਗ੍ਹਾ ਮਿਲੀ ਤੇ ਉੱਥੇ ਲੰਗਰ ਛਕਿਆ, ਆਲੇ ਦੁਆਲੇ ਆ ਗਏ ਹਨਾ ਜੀ। ਸੋ ਇਸ ਤਰ੍ਹਾਂ ਜੀ ਵੀ ਉੱਥੇ ਚਲੋ ਇਹ ਹਾਜ਼ਰੀ ਲਾਉਣੀ ਜਿੱਥੇ ਸਿੱਖ ਕੌਮ ਦਾ ਐਡਾ ਕੋਈ ਆਪਣਾ ਕੌਮ ਦਾ ਕੰਮ ਹੋਵੇ, ਉਸ ਦੇ ਵਿੱਚ ਇਹ ਵੀ ਕੰਟਰੀਬਿਊਸ਼ਨ ਹੈ ਕਿ ਜਿਹੜੀ ਪ੍ਰੈਜ਼ੈਂਸ ਆ ਉਹ ਵੀ ਮੈਟਰ ਕਰਦੀ ਆ ਜੀ। ਬਾਕੀ ਦਰਸ਼ ਏਦਾਂ ਵੀ ਇਹ ਸਾਰੇ ਸਮਾਗਮ ਆ ਜਿਹੜੇ ਇਹਨਾਂ ਨੂੰ ਪਲੈਨਿੰਗ ਕਰਨ ਤੇ ਆ ਨਾ ਕਈ ਵਾਰੀ ਕਈ ਮਹੀਨੇ ਲੱਗ ਜਾਂਦੇ ਆ, 3-3 4-4 ਮਹੀਨੇ ਆਮ ਗੱਲ ਆ ਵੀ ਏਡਾ ਵੱਡਾ ਸਮਾਗਮ ਆ ਜਿਹੜਾ ਇਹ ਓਨਟਾਰੀਓ ਸਿੱਖ ਸੈਂਟ ਗੁਰਦੁਆਰਾ ਕੌਂਸਲ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਕੀਤਾ ਜਾਂਦਾ। ਓਨਟਾਰੀਓ ਖਾਲਸਾ ਦਰਬਾਰ ਦਾ ਵੀ ਇਸ ਵਾਰ ਇਹਨਾਂ ਨੂੰ ਸਹਿਯੋਗ ਮਿਲ ਗਿਆ ਜੋ ਕਿ ਪਿੱਛੇ ਥੋੜਾ ਨਹੀਂ ਸੀ ਮਿਲਦਾ। ਤੇ ਫਿਰ ਇਹਦੇ ਨਾਲ ਹੀ ਜਿਹੜੀਆਂ ਬੱਸਾਂ ਦੀ ਗਿਣਤੀ ਵੀ ਇੱਦਾਂ ਲੱਗਦਾ ਸੀਗਾ ਜਿੱਦਾਂ GTA ਦੇ ਬਹੁਤ ਸਾਰੇ ਵੱਡੀ ਗਿਣਤੀ 'ਚ ਸਕੂਲਾਂ ਦੀਆਂ ਬੱਸਾਂ ਇਹ ਸੰਗਤਾਂ ਦੀ ਢੋਆ ਢੁਆਈ ਵਾਸਤੇ ਕੱਲ੍ਹ ਜਿਹੜੀਆਂ ਜੀ ਵੀ ਉਹ ਕਰ ਲਈਆਂ ਗਈਆਂ ਹੋਣ ਜੀ। ਉਹ ਦੂਸਰਾ ਇਹ ਆ ਜੀ ਕਿ ਉੱਥੇ ਕੁੱਲ ਮਿਲਾ ਕੇ ਜਾਣੀ ਵੱਡਾ ਜਿਹੜਾ ਇਕੱਠ ਸੀਗਾ। ਸੋ ਸ਼ਾਮ ਨੂੰ ਜਦੋਂ 5 ਵਜੇ ਤੋਂ ਬਾਅਦ ਮਤਲਬ ਸਮਾਪਤੀ ਹੋਈ ਹੈ ਉਸ ਦੇ ਵਿੱਚ ਫਿਰ ਨੈਚੁਰਲੀ ਆਪੇ ਰਸ਼ ਜਿਹੜਾ ਪੈਂਦਾ ਹੀ ਆ ਸ਼ਾਮ ਨੂੰ, ਉਸ ਵੇਲੇ ਜਦੋਂ ਘਰੋਂ ਘਰੀ ਲੋਕਾਂ ਨੇ ਜਾਣਾ ਹੁੰਦਾ ਜੀ ਜੀ। ਪਰ ਕੁੱਲ ਮਿਲਾ ਕੇ ਜਾਣੀ ਕਿ ਵੀ ਕਾਫੀ ਉੱਥੇ ਜਿਹੜਾ ਜੀ ਵੀ ਸਾਰਾ ਦਿਨ ਇਹ ਮਾਹੌਲ ਖਾਲਸਾਈ ਰੰਗ ਦੇ ਵਿੱਚ ਰੰਗਿਆ ਰਿਹਾ ਤੇ ਪੋਲੀਟੀਕਲ ਫੀਲਡ ਤੋਂ ਵੀ ਕਾਫੀ ਸਾਰੇ ਬੁਲਾਰੇ ਵੀ ਉੱਥੇ ਪਹੁੰਚੇ। ਉੱਥੇ ਹਰ ਵਾਰ ਪਹੁੰਚਦੇ ਹੀ ਆ ਤਕਰੀਬਨ, ਤੇ ਹੁਣ ਜਦੋਂ ਇਲੈਕਸ਼ਨ ਦਾ ਮਾਹੌਲ ਹੋਵੇ ਤੇ ਫਿਰ ਕਿਉਂ ਨਹੀਂ ਪਹੁੰਚਣਗੇ। ਪਰ ਉੱਥੇ ਪਹੁੰਚ ਕੇ ਜਿਹੜੀ ਜਾਣੀ ਕਿ ਵੀ ਬਿੱਲ ਇਹ 21 ਭਰਪੂਰ ਹੈਗਾ ਕਿਊਬੈਕ ਦਾ, ਉਹਦੀ ਗੱਲ ਨਾ ਹੋਣਾ, ਕੋਈ ਬਾਹਲੀ ਉੱਭਰ ਕੇ ਹਨਾ ਨਾ ਕੀਤੀ ਜਾਣਾ, ਇਹ ਆਪਣੇ ਆਪ ਦੇ ਵਿੱਚ ਜਾਣੀ ਆਪਾਂ ਕਹਿੰਦੇ ਵੀ ਇਹ ਜਿਹੜਾ ਕੈਨੇਡੀਅਨ ਸਿਟੀਜ਼ਨ ਆ ਭਾਵੇਂ ਉਹ ਕਿਤੇ ਵੀ ਹੋਵੇ, ਪਰ ਵੀ ਹੁਣ ਕਿਊਬੈਕ ਦੇ ਵਿੱਚ ਧਾਰਮਿਕ ਦਿੱਖ ਕਰਕੇ ਜੇ ਤੁਸੀਂ ਭਾਵੇਂ ਮਤਲਬ ਬਾਹਰੋਂ ਹੋਰ ਦੇਖਦੇ ਹੋ ਤੇ ਲੇਕਿਨ ਹੈ ਤੁਸੀਂ ਕੈਨੇਡੀਅਨ ਸਿਟੀਜ਼ਨ ਹੀ ਹੋ, ਪਰ ਤੁਹਾਡੇ ਨਾਲ ਫਰਕ ਕੀਤਾ ਜਾਊਗਾ ਬਿੱਲ 21 ਕਰਕੇ ਹਨਾ। ਸੋ ਇਹਦੇ ਬਾਰੇ ਜਾਣੀ ਕਿ ਵੀ ਇਹ NDP ਤੇ ਲਿਬਰਲ ਜਿਹੜੇ ਅੱਜ ਲਗਭਗ ਖਾਮੋਸ਼ ਹੀ ਨੇ ਪੂਰੀ ਤਰ੍ਹਾਂ ਹਨਾ। ਤੇ ਪਰ ਲੇਕਿਨ ਕਿ ਬਰੈਂਪਟਨ ਦੇ ਮੇਅਰ ਨੇ ਕੱਲ੍ਹ ਇਸ ਦਾ ਜ਼ਿਕਰ ਉੱਥੇ ਸਟੇਜ ਤੇ ਇੱਕ ਵਾਰ ਫੇਰ ਕੀਤਾ ਸੀਗਾ। ਸੋ ਆਪਾਂ ਜਿਹੜਾ ਇਹ ਰੀਕਨਸਲੀਏਸ਼ਨ ਦੀ ਗੱਲ ਕਰਦੇ ਹਾਂ, ਸਾਡੇ ਇੱਥੇ ਜਿਹੜੇ ਆਦੀਵਾਸੀ ਭਾਈਚਾਰੇ ਆ ਵੀ ਉਹਨਾਂ ਨਾਲ ਜ਼ਿਆਦਤੀਆਂ ਸਦੀਆਂ ਪਹਿਲਾਂ ਹੋ ਗਈਆਂ, ਹੁਣ ਅਸੀਂ ਮਾਫ਼ੀ ਮੰਗਦੇ ਹਾਂ ਜੀ। ਪਰ ਇਹ ਬਿੱਲ 21 ਕਰਕੇ ਜੋ ਘੱਟ ਗਿਣਤੀਆਂ ਦੇ ਨਾਲ ਕਿਊਬੈਕ ਦੇ ਵਿੱਚ ਅੱਜ ਕੈਨੇਡੀਅਨ ਸਿਟੀਜ਼ਨਸ ਨਾਲ ਹੀ ਦੂਸਰੀ ਕਲਾਸ ਦਾ ਜਿਹੜਾ ਇਹ ਵਰਤਾਓ ਹੋ ਰਿਹਾ ਜੀ, ਇਹਦੇ ਬਾਰੇ ਜਿਹੜੀਆਂ ਅੱਜ ਦੀਆਂ ਸਰਕਾਰਾਂ ਤੇ ਵਿਰੋਧੀ ਧਿਰਾਂ ਨੇ ਵੀ ਦੜਵੱਟ ਚੁੱਪ ਜਾਣੀ ਕਿ ਵੋਟਾਂ ਦੀ ਰਾਜਨੀਤੀ ਕਰਕੇ ਰੱਖੀ ਹੋਈ ਆ। ਉਹਦੇ ਵਿੱਚ ਜਾਣੀ ਜਗਮੀਤ ਸਿੰਘ ਤਾਂ ਸਦਾ ਕਹਿੰਦੇ ਰਹੇ ਆ ਵੀ ਉਹਨਾਂ ਨੂੰ ਬੜਾ ਡਿਸਕ੍ਰਿਮੀਨੇਸ਼ਨ ਦਾ ਸਾਹਮਣਾ ਰਿਹਾ ਜਿਸ ਰੂਪ ਕਰਕੇ, ਉਹ ਵੀ ਬਿੱਲ 21 ਤੇ ਜਾਣੀ ਚੁੱਪ ਆ, ਖਾਮੋਸ਼ ਆ ਹਨਾ। ਸੋ ਉਹਨਾਂ ਤੋਂ ਐਟਲੀਸਟ ਜਾਣੀ ਵੀ ਉਹਨਾਂ ਤੋਂ ਵੱਧ ਕੌਣ ਸਮਝਦਾ ਇਸ ਸਮੱਸਿਆ ਨੂੰ। ਸੋ ਉਹਨਾਂ ਦੀਆਂ ਹੁਣ ਕੀ ਮਜਬੂਰੀਆਂ ਨੇ ਉਹ ਹੋ ਸਕਦਾ ਕਿਤੇ ਦੱਸਣ, ਪਰ ਉਹਨਾਂ ਤੋਂ ਆਸ ਜਿਹੜੀ ਆ ਥੋੜੀ ਜਿਹੀ ਵੱਧ ਕੀਤੀ ਜਾਂਦੀ ਆ। ਸੋ ਲੈਟਸ ਸੀ ਕੀ ਹੁੰਦਾ। ਪਰ ਕੁੱਲ ਮਿਲਾ ਕੇ ਲੇਕਿਨ ਕਿ ਇਹ ਜੀ ਵੀ ਇਸ ਮੌਕੇ ਤੇ ਜੋ ਕੁਛ ਖਾਲਸੇ ਦੀ ਪਛਾਣ ਦੱਸਣ ਦਾ ਮਕਸਦ ਹੁੰਦਾ ਮੁੱਖ। ਸੋ ਬਹੁਤ ਸਾਰੀਆਂ ਹੋਰ ਭਾਈਚਾਰਿਆਂ ਦੇ ਵਿੱਚੋਂ ਲੋਕ ਪਹੁੰਚੇ ਸੀ। ਅਰਸ਼ਦ ਦਸਤਾਰਾਂ ਸਜਾ ਰਹੇ ਸੀ ਹਨਾ ਲੋਕ, ਨੌਜਵਾਨ ਮੁੰਡੇ ਕੁੜੀਆਂ ਵੀ ਦੂਸਰੇ ਭਾਈਚਾਰਿਆਂ ਦੇ ਕਈ ਜੀ, ਤੇ ਬਹੁਤ ਸਾਰੇ ਉੱਥੇ ਹੋਰ ਵੀ ਜਾਣੀ ਜਿਹੜੇ ਸਟਾਲਸ ਵਗੈਰਾ ਅਦਰਵਾਈਜ਼ ਉਹ ਵੇਚਦੇ ਆ ਫੂਡ, ਉਹਨਾਂ ਦਾ ਤਾਂ ਨੈਚੁਰਲੀ ਮੰਦਾ ਲੱਗਣਾ ਹੀ ਸੀਗਾ ਕਿਉਂਕਿ ਸਾਰੀਆਂ ਸੰਗਤਾਂ ਇੱਧਰ ਨੂੰ ਉਮੜੀਆਂ ਹੋਈਆਂ ਸੀਗੀਆਂ। ਤੇ ਉੱਥੇ ਬਹੁਤ ਸਾਰੇ ਹੋਰ ਭਾਈਚਾਰਿਆਂ ਦੇ ਲੋਕ ਜਿਹੜੇ ਵੀ ਉਹਨਾਂ ਨੂੰ ਦੱਸਿਆ ਜਾ ਰਿਹਾ ਸੀ ਵੀ ਸਾਰਾ ਕੁਝ ਮੁਫਤ ਮਿਲਦਾ, ਤੇ ਉਹ ਬੜੇ ਹੈਰਾਨ ਹੋ ਰਹੇ ਸੀ ਪਿੱਛਾ ਏਡੇ ਜਿਹੜੇ ਵੱਡੇ ਖਾਣੇ ਮੁਫਤ ਮਿਲ ਰਹੇ ਆ। ਤੇ ਸਾਰਿਆਂ ਨੇ ਥੋੜਾ ਕੋਸ਼ਿਸ਼ ਕੀਤੀ ਜਿਨ੍ਹਾਂ ਦਾ ਮੌਕਾ ਬਣਿਆ। ਤੇ ਬਹੁਤ ਬਹੁਤ ਧੰਨਵਾਦ ਜੀ। ਜੋਸ ਸਾਹਿਬ IRCC ਦੀ ਗੱਲਬਾਤ ਕਰ ਲਈਏ, ਕੱਲ ਅਨਅਵੇਲੇਬਲ ਹੋਵੇਗਾ ਜੀ, ਮੀਨਿੰਗ ਅੱਜ ਰਾਤ ਨੂੰ 12 AM to 5:30 AM। ਇਹ ਵੀ ਯਾਦ ਕਰਾ ਦਈਏ ਜਿਹੜੇ ਸਾਡੇ ਵੀਰ ਇਸ ਵੇਲੇ ਅਪਲਾਈ ਕਰ ਰਹੇ ਨੇ ਜਾਂ ਪੈਨਿਕ ਨਾ ਹੋਣ ਕਿ ਵਾਟ ਹੈਪਨਡ। ਬਿਲਕੁਲ, ਅੱਜ ਕੱਲ੍ਹ ਨਾ ਕਾਫੀ ਵੈਸੇ ਡਿਪੈਂਡੈਂਸੀ ਇਹ ਆਨਲਾਈਨ ਸਰਵਿਸਿਜ਼ ਤੇ ਹੋ ਗਈ ਆ, ਜਿਹੜੇ ਕਿ ਇਮੀਗ੍ਰੇਸ਼ਨ, ਰੈਫਿਊਜੀ ਤੇ ਸਿਟੀਜ਼ਨਸ਼ਿਪ ਕੈਨੇਡਾ ਦੇ ਵੱਲੋਂ ਦਿੱਤੀਆਂ ਜਾਂਦੀਆਂ, ਜਿਹਨਾਂ ਨੂੰ ਆਪਾਂ IRCC ਕਰਕੇ ਜਾਣਦੇ ਹਾਂ ਜੀ। ਤੇ ਅਰਸ਼ ਫਿਰ ਉਹਨਾਂ ਦੀਆਂ ਆਨਲਾਈਨ ਸਰਵਿਸਿਜ਼ ਖਾਸ ਤੌਰ ਤੇ ਲੋਕ ਜਿਹੜੀਆਂ ਆਪਣੀਆਂ ਇਨਕੁਆਇਰੀਜ਼ ਪਾਉਂਦੇ ਨੇ, ਆਪਣੇ ਕੁਐਸਚਨਜ਼ ਸਬਮਿਟ ਕਰਦੇ ਆ, ਜਾਂ ਫਿਰ ਵੈਬ ਫਾਰਮ ਸਬਮਿਟ ਕੀਤਾ ਜਾਂਦਾ, ਜਾਂ ਅਦਰਵਾਈਜ਼ ਆਪਣੀ ਐਪਲੀਕੇਸ਼ਨ ਦਾ GP ਪ੍ਰੋਸੈਸਿੰਗ ਟਾਈਮ ਜਾਂ ਸਟੇਟਸ ਚੈੱਕ ਕਰਨਾ ਹੁੰਦਾ, ਉਹ ਸਭ ਕੁਝ। ਤੇ ਉਹਦੇ ਵਿੱਚ ਇਹ ਹੈ ਜੀ ਵੀ ਉਹ ਟਾਈਮ ਟੂ ਟਾਈਮ ਜਾਣੀ ਸਿਸਟਮ ਆ ਥੋੜਾ ਅਪਗ੍ਰੇਡ ਕੀਤਾ ਜਾਂਦਾ। ਉਹਦੇ ਕਰਕੇ ਇਹ ਫਿਰ ਟਾਈਮ ਅਜਿਹਾ ਚੁਣਿਆ ਜਾਂਦਾ ਵੀ ਜਦੋਂ ਸਭ ਤੋਂ ਘੱਟ ਗਿਣਤੀ ਦੇ ਵਿੱਚ ਲੋਕ ਐਟਲੀਸਟ ਕੈਨੇਡਾ ਦੇ ਸਮੇਂ ਦੇ ਮੁਤਾਬਕ ਵੀ ਉਹਨਾਂ ਸਰਵਿਸਿਜ਼ ਨੂੰ ਯੂਜ਼ ਕਰ ਰਹੇ ਹੋਣ, ਘੱਟ ਲੋਕ ਅਫੈਕਟ ਹੋਣ, ਤੇ ਫਿਰ ਤਦ GP ਉਸ ਸਮੇਂ ਉਹ ਸਿਸਟਮ ਜਿਹੜਾ ਅਪਗ੍ਰੇਡ ਕਰਨ ਲਈ ਅਨਅਵੇਲੇਬਲ ਕੀਤਾ ਜਾਂਦਾ ਜੀ। ਉਹਦੇ ਲਈ ਫਿਰ ਅੱਜ ਰਾਤ ਦਾ ਇੱਕ ਵਾਰ ਫਿਰ ਸਮਾਂ ਜਿਹੜਾ ਜੀ ਇਹ ਚੁਣਿਆ ਗਿਆ, ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਅੱਧੀ ਰਾਤ ਤੋਂ ਬਾਅਦ
ਇਹ ਕੱਲ ਨੂੰ ਅੰਮ੍ਰਿਤ ਵੇਲੇ ਤੱਕ 5:30 ਵਜੇ ਤੱਕ ਜਿਹੜੀਆਂ ਸੇਵਾਵਾਂ ਉਹ ਆਨਲਾਈਨ ਇਮੀਗ੍ਰੇਸ਼ਨ ਦੀਆਂ ਨਹੀਂ ਅਵੇਲੇਬਲ ਹੋਣਗੀਆਂ ਤੇ ਉਸ ਤੋਂ ਬਾਅਦ ਫਿਰ ਜਿਹੜਾ ਜੀ ਦੁਬਾਰਾ ਐਕਸੈਸ ਜਿਹੜੀ ਆ ਉਹ ਮਿਲ ਹੀ ਜਾਣੀ ਆ। ਆਮ ਤੌਰ ਤੇ ਇਹ ਥੋੜ੍ਹੇ ਜਿਹੇ ਹਫ਼ਤਿਆਂ ਤੋਂ ਬਾਅਦ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਇੰਟਰਪਸ਼ਨ ਪੈ ਜੇ ਜਾਂ ਫਿਰ ਟੈਕਨੀਕਲੀ ਜਾਣੀ ਕਿ ਸਿਸਟਮ ਨੂੰ ਥੋੜ੍ਹਾ ਉਹਨਾਂ ਨੇ ਰੀਇਵੈਲੂਏਟ ਕਰਨਾ ਹੋਵੇ, ਅਪਗ੍ਰੇਡ ਕਰਨਾ ਹੋਵੇ ਤੇ ਇਹ ਜਿਹੜਾ ਵਿਘਨ ਆ ਉਹ ਪਿਆ ਕਰਦਾ ਜੀ। ਪਰ ਅੱਜ ਅੱਧੀ ਰਾਤ ਤੋਂ ਬਾਅਦ ਫਿਰ 5.5 ਘੰਟੇ ਜਿਹੜਾ ਇਹ ਸਰਵਿਸਿਜ਼ ਨਹੀਂ ਅਵੇਲੇਬਲ ਹੋਣਗੀਆਂ। ਟ੍ਰਾਂਜ਼ਿਟ ਦੇ ਵਿੱਚ ਯਾਦ ਕਰਾ ਦੀ ਕਿ ਜਿੰਨੇ ਵੀ ਰਾਈਡਰਸ ਬੱਸ ਲੈ ਕੇ ਜਾ ਰਹੇ ਨੇ ਜਾਂ ਟਰਾਂਸਪੋਰਟੇਸ਼ਨ ਫਿਲਹਾਲ ਦੇ ਵਿੱਚ ਲੈ ਕੇ ਜਾ ਰਹੇ ਨੇ ਵੱਖ-ਵੱਖ ਜਾਂ 에ਅਰ ਟ੍ਰਾਂਜ਼ਿਟ ਜਾਂ ਬੱਸ ਟ੍ਰਾਂਜ਼ਿਟ, ਰਿਮਾਈਂਡ ਕੀਤਾ ਜਾਂਦਾ ਹੈ ਕਿ ਤੁਸੀਂ ਆਪਣੇ ਮਾਸਕ ਆਲ ਟਾਈਮ ਕੈਰੀ ਕਰਨਾ ਤੇ ਪਾਉਣਾ ਤੇ ਨਾਲ ਸੈਨੀਟਾਈਜ਼ਰ ਵੀ ਰੱਖਣਾ ਤੇ ਜੇ ਤੁਸੀਂ ਬੱਸ 'ਚ ਬੈਠੇ ਹੋ ਤਾਂ ਸੋਸ਼ਲ ਡਿਸਟੈਂਸਿੰਗ ਦਾ ਵੀ ਪਾਲਣ ਕਰਨਾ ਜੀ। ਹਾਂ ਬਿਲਕੁਲ ਸਰ, ਦੇਖੋ ਜੀ ਵੀ ਹੁਣ ਸਰਵਿਸਿਜ਼ ਕਾਫੀ ਸਾਰੀਆਂ ਜਿਹੜੀਆਂ ਸਰਕਾਰੀ ਬੱਸਾਂ ਦੀਆਂ ਗੱਲ ਉਹ ਵੀ ਜਿੱਥੇ ਆਪਾਂ ਇੱਥੇ ਬਰੈਂਪਟਨ ਟ੍ਰਾਂਜ਼ਿਟ ਜਾਂ ਟੋਰਾਂਟੋ ਟ੍ਰਾਂਜ਼ਿਟ ਕਰਕੇ ਜਾਣਦੇ ਹਾਂ, ਮਿਸਿਸਾਗਾ ਟ੍ਰਾਂਜ਼ਿਟ ਹੈ। ਸੋ ਕਹਿਣ ਦਾ ਭਾਵ ਹੈ ਵੀ ਸਰਕਾਰੀ ਬੱਸਾਂ ਆ, ਜੇ ਆਪਾਂ ਪੰਜਾਬੀ 'ਚ ਸੌਖਾ ਇਹਨਾਂ ਨੂੰ ਸਮਝਣਾ ਹੋਵੇ ਨਾ, ਉਹਨਾਂ ਦੇ ਵਿੱਚ ਜਾਣੀ ਕਿ ਸਫ਼ਰ ਕਿੱਦਾਂ ਕਰਨਾ, ਬੱਸ ਅੱਡਿਆਂ ਤੇ ਕਿੱਦਾਂ ਵਿਚਰਨਾ। ਇਹ ਕੋਵਿਡ ਕਰਕੇ ਕਾਫੀ ਹੁਣ ਤਾਂ ਕਮਿਊਨਿਟੀ ਵੈਸੇ ਅੱਗੇ ਨਾਲੋਂ ਐਜੂਕੇਟ ਹੋਏ ਆ ਲੋਕ, ਪਰ ਅਜੇ ਵੀ ਕਈ ਵਾਰੀ ਲਾਈਟਲੀ ਲੈ ਲਿਆ ਜਾਂਦਾ ਵੀ ਬਾਕੀ ਸਾਰੀਆਂ ਥਾਵਾਂ ਤੇ ਮਾਸਕ ਦੀ ਲੋੜ ਨਹੀਂ ਹੈ ਤੇ ਫਿਰ ਇੱਥੇ ਵੀ ਨਹੀਂ ਲੋੜ ਹੋਣੀ ਆ ਜੀ। ਪਰ ਕੁੱਲ ਮਿਲਾ ਕੇ ਜਾਣੀ ਕਿ ਵੀ ਇਹ ਸਰਕਾਰੀ ਬੱਸਾਂ ਦੇ ਵਿੱਚ ਮਾਸਕ ਹੈ ਜਿਹੜਾ ਜੀ ਵੀ ਹਜੇ ਵੀ ਜਾਣੀ ਕਿ ਪਾਉਣ ਨੂੰ ਕਿਹਾ ਜਾਂਦਾ, ਇੱਕ ਤਰੀਕੇ ਨਾਲ ਮੈਂਡੇਟੋਰੀ ਸਮਝਿਆ ਜਾਵੇ। ਇਹਦੇ ਨਾਲ ਹੀ ਫਿਰ ਉਹ ਤਾਂ ਇਹ ਵੀ ਕਹਿੰਦੇ ਆ ਵੀ ਆਪਣਾ ਜਿਹੜਾ ਹੈਂਡ ਸੈਨੀਟਾਈਜ਼ਰ ਆ ਉਹ ਵੀ ਤੁਸੀਂ ਨਾਲ ਰੱਖੋ। ਇਹਦੇ ਨਾਲ ਹੀ ਫਿਰ ਜਿਹੜੀ ਫਿਜ਼ੀਕਲ ਡਿਸਟੈਂਸਿੰਗ ਆ 2 ਮੀਟਰ ਇੱਕ ਦੂਜੇ ਤੋਂ ਦੂਰ ਰਹਿਣਾ ਉਹ ਵੀ ਤੁਸੀਂ ਇੱਦਾਂ ਪਾਲਣਾ ਕਰਨਾ ਆ ਵਗੈਰਾ। ਸੋ ਮਾਸਕ ਜਿਹੜਾ ਜੀ ਬਹੁਤ ਸਾਰੇ ਲੋਕਾਂ ਨੂੰ ਤਾਂ ਵੈਸੇ ਬੜੇ ਭਾਗ ਆ, ਉਹ ਇਹਨਾਂ ਨੂੰ ਛੱਡਣਾ ਹੀ ਨਹੀਂ ਚਾਹੁੰਦੇ। ਸੋ ਆਮ ਤੌਰ ਤੇ ਲੋਕ ਜਿਹੜੇ ਆ ਜੀ ਵੀ ਮਿਲ ਜਾਂਦੇ ਆ ਬਿਰਲੇ ਟਾਵੇਂ ਜਿਹੜੇ ਉਹ ਪਾਏ ਆਪਣਾ ਜਿਹੜਾ ਸੇਫਟੀ ਦੇ ਹਿੱਤ ਵਿੱਚ ਪਾ ਕੇ ਹੀ ਰੱਖਣਾ ਹਨਾ। ਸੋ ਕੁੱਲ ਮਿਲਾ ਕੇ ਜਿਹੜੇ ਅਨਵੈਕਸੀਨੇਟਡ ਲੋਕ ਵੀ ਆ ਜਾਣੀ ਕਿ ਉਹ ਵੀ ਸੇਫ ਉਦੋਂ ਆ ਜਦੋਂ ਕਿ ਉਹ ਵੈਕਸੀਨੇਟਡ ਲੋਕਾਂ ਦੇ ਨਾਲ ਵਿਚਰ ਰਹੇ ਆ, ਕਿਉਂਕਿ ਕੰਪੈਰੇਟਿਵਲੀ ਜਿਹੜੇ ਵੈਕਸੀਨੇਟਡ ਲੋਕ ਆ, ਅਸੀਂ ਨਹੀਂ ਕਹਿ ਰਹੇ, ਸਾਇੰਟਿਸਟ ਕਹਿ ਰਹੇ ਆ, ਡਾਕਟਰਸ ਕਹਿ ਰਹੇ ਆ, ਜਿਨ੍ਹਾਂ ਕੋਲ ਫਿਰ ਜਦੋਂ ਆਪਾਂ ਕਿਸੇ ਮਰਜ਼ ਕਰਕੇ ਡਿੱਗ ਪੈਂਦੇ ਆ ਤੇ ਫਿਰ ਉਹਨਾਂ ਕੋਲ ਜਾ ਕੇ ਲੰਮੇ ਪੈ ਜਾਂਦੇ ਵੀ ਲਾਈ ਚੱਲੋ ਹੁਣ ਟੀਕੇ ਜੀ। ਸੋ ਉਹ ਕਹਿ ਰਹੇ ਆ ਜੀ ਵੀ ਜਿਹੜੇ ਵੈਕਸੀਨੇਟਡ ਲੋਕ ਆ ਉਹ ਕੋਵਿਡ ਤੋਂ ਬੈਟਰ ਮਤਲਬ ਸੇਫਰ ਆ, ਤੇ ਜਿਹੜੇ ਅਨਵੈਕਸੀਨੇਟਡ ਲੋਕ ਵੀ ਆ ਵੀ ਜਦੋਂ ਉਹ ਆਪਸ ਦੇ ਵਿੱਚ ਵਿਚਰਦੇ ਆ ਉਦੋਂ ਉਹ ਕੋਵਿਡ ਤੋਂ ਘੱਟ ਸੇਫ ਆ, ਜਾਣੀ ਕਿ ਉਹਨਾਂ ਨੂੰ ਸੌਖਾ ਲੱਗ ਸਕਦਾ। ਪਰ ਜਦੋਂ ਵੈਕਸੀਨੇਟਡ ਲੋਕਾਂ ਦੇ ਨਾਲ ਵਿਚਰ ਰਹੇ ਹੋਣ ਤੇ ਉਦੋਂ ਉਹ ਵੀ ਉੱਥੇ ਸੇਫਰ ਹੁੰਦੇ ਆ। ਸੋ ਉਸ ਲਿਹਾਜ਼ ਨਾਲ ਇਹ ਆ ਜੀ ਵੀ ਕੋਵਿਡ ਚਾਈਨਾ ਤੋਂ, ਬੀਜਿੰਗ ਤੋਂ, ਇੰਡੀਆ ਤੋਂ, ਬਾਕੀ ਬਹੁਤ ਸਾਰੇ ਦੇਸ਼ਾਂ ਤੋਂ ਕੇਸਿਸ ਦੁਬਾਰਾ ਜਿਹੜੇ ਆ ਜੀ ਵਧਣ ਦੀਆਂ ਹੀ ਖਬਰਾਂ ਆਈਆਂ। ਆਪਾਂ ਅੱਗੇ ਗੱਲ ਕਰ ਚੁੱਕੇ ਹਾਂ ਵੀ ਦਿੱਲੀ ਦੇ ਵਿੱਚ ਮਾਸਕ ਦੁਬਾਰਾ ਆ ਗਿਆ, ਚੰਡੀਗੜ੍ਹ 'ਚ ਆ ਗਿਆ, ਪੰਜਾਬ 'ਚ ਵੀ ਗੱਲਾਂ ਬਾਤਾਂ ਮਾਸਕ ਦੀਆਂ ਹੁਣ ਚੱਲ ਰਹੀਆਂ ਸਰਕਾਰੀ ਪੱਧਰ ਤੇ ਪਿਛਲੇ ਹਫ਼ਤੇ ਤੋਂ ਹੀ। ਸੋ ਉਸ ਲਿਹਾਜ਼ ਨਾਲ ਸਾਡੇ ਵੀ ਇੱਥੇ ਕੇਸਿਸ ਥੋੜ੍ਹੇ ਜਿਹੇ ਵੀ ਅਪ ਗਏ ਹੋਏ ਆ ਹੌਸਪੀਟਲ ਦੇ ਵਿੱਚ, ਪਰ ਅਜੇ ਵੀ ਜਿਹੜੇ ਆ ਵੀ ਵਿਦਇਨ ਮੈਨੇਜੇਬਲ ਰੇਂਜ ਹੀ ਆ ਉਹ ਕੇਸਿਸ। ਸੋ ਲੇਕਿਨ ਕਿ ਕੋਵਿਡ ਦੀ ਗੱਲ ਜਿਹੜੀ ਆ ਜੀ ਵੀ ਹਜੇ ਚੱਲਦੀ ਰਹਿੰਦੀ ਆ। 1 2 3 ਤੇ 4 ਅਜਿਹੇ ਖਬਰ ਸਾਹਮਣੇ ਆ ਰਹੇ ਨੇ, ਮੈਂ ਨਾਂ ਬੋਲ ਦੇਣਾ ਜੀ। ਦਲਜਿੰਦਰ ਫਗਵਾੜਾ, ਅਮਰਜੀਤ ਸਿੰਘ ਮਾਂਗਟ, ਸੰਚਿਤ ਵਰਮਾ ਤੇ ਹਰਸ਼ਦੀਪ ਭਿੰਨਰ। ਬੱਲੇ ਬੱਲੇ ਬੱਲੇ, ਇਹ 4 ਖਬਰਾਂ। ਪਹਿਲਾਂ ਤਾਂ ਆਪਾਂ ਦਲਜਿੰਦਰ ਫਗਵਾੜਾ ਤੋਂ ਸ਼ੁਰੂ ਕਰਦੇ ਆ ਜੀ। ਨਹੀਂ, ਇਹ ਦਲਜਿੰਦਰ ਫਗੂੜਾ ਆਪਾਂ ਨੇ ਚਰਚਾ ਦੇ ਵਿੱਚ ਆਇਆ ਸੀਗਾ ਵੀ ਇਹ ਭਾਈ ਸਾਹਿਬ ਨਿਕਾਮੇ ਫੜਿਆ ਹੋਇਆ ਸੀ ਵੀ ਇਹ ਆਨਲਾਈਨ ਐਡਵਰਟਾਈਜ਼ ਕਰਦਾ ਸੀ ਜੌਬਸ ਵੀ, ਮੇਰੇ ਕੋਲ ਜੌਬ ਹੈਗੀਆਂ, ਤੇ ਫਿਰ ਜੌਬ ਜਦੋਂ ਇਹ ਕੁੜੀਆਂ ਨੂੰ ਜਾਣੀ ਰੱਖ ਲੈਂਦਾ ਸੀ। ਹਾਂਜੀ, ਅੱਛਾ, ਕੁੜੀਆਂ ਨੂੰ ਫਿਰ ਇਹ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਆਈਆਂ, ਮਤਲਬ ਇੱਕ ਹੀ ਨਹੀਂ, ਉਸ ਤੋਂ ਵੱਧ ਵੀ ਇਹ ਕੁੜੀਆਂ ਨੂੰ ਉੱਥੇ ਛੇੜਨ ਲੱਗ ਪੈਂਦਾ ਸੀਗਾ ਆਪ ਹੀ। ਤੇ ਹੁਣ ਕੁੱਲ ਮਿਲਾ ਕੇ ਜਾਣੀ ਵੀ ਇੱਕ ਤੇ ਕੈਨੇਡਾ ਨੰਬਰ 1 ਦੇਸ਼ ਹੈ, ਦੂਸਰਾ ਜਿਹੜੀ ਇਹ ਮਹਾਨ ਖੋਜ ਇੰਟਰਨੈਟ ਦੀ ਆ ਵੀ ਉਹਦਾ ਇਹ ਇੱਦਾਂ ਦੁਰਉਪਯੋਗ ਕਹਿ ਲਓ ਵੀ ਇਨਸਲਟ ਉਸ ਮਹਾਨ ਖੋਜ ਦੀ ਕਰਦੇ ਨੇ ਉਹ ਲੋਕ ਜਿਹੜਾ ਇਹਦਾ ਦੁਰਉਪਯੋਗ ਕਰਦੇ ਆ। ਇਹ ਪੁਲਿਸ ਨੇ ਜਾਣੀ ਕਿ ਕਿਹਾ ਵੀ ਇਹ ਆਨਲਾਈਨ ਜਾਣੀ ਕਿ ਇੱਦਾਂ ਕਰਦਾ ਸੀਗਾ ਜੌਬ ਦੇ ਨਾਂ ਤੇ ਐਡਵਰਟਾਈਜ਼ਮੈਂਟ, ਤੇ ਫਿਰ ਜਿਹੜੀਆਂ ਕੁੜੀਆਂ ਨੂੰ ਫਿਰ ਉਹ ਰੱਖਦਾ ਸੀ ਤੇ ਉਹਨਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਜਿਹੜਾ ਜੀ ਸੈਕਸ਼ੂਅਲ ਅਸਾਲਟ ਤੱਕ ਗੱਲ ਜਿਹੜੀ ਗਈ। ਤੇ ਵੀ ਅਜੇ ਪੁਲਿਸ ਨੂੰ ਇਹ ਆ ਵੀ ਹੋਰ ਵੀ ਲੋਕ ਹੋਣਗੇ ਜਿਹੜੇ ਕਿ ਫਿਰ ਬਾਅਦ ਦੇ ਵਿੱਚ ਚੁੱਪੇ ਹੀ ਕਰ ਗਏ, ਦੜੇ ਵੱਟ ਗਏ ਵੀ ਜਾਣੀ ਉਹਨਾਂ ਨੇ ਕਿਤੇ ਕੰਪਲੇਂਟ ਨਹੀਂ ਇਹਦੀ ਕੀਤੀ ਇਹਦੇ ਬਿਹੇਵੀਅਰ ਦੀ, ਤੇ ਜੇ ਹੋਰ ਕੋਈ ਵਿਕਟਮਸ ਹੋਣ ਤੇ ਉਹਨਾਂ ਨੂੰ ਅਪੀਲ ਕੀਤੀ ਗਈ ਆ ਵੀ ਉਹ ਵੀ ਸਾਹਮਣੇ ਆ ਸਕਦੇ ਆ। ਤੇ ਲੇਕਿਨ ਕਿ ਇਹ ਜਿਹੜਾ ਜੀ ਬਰੈਂਪਟਨ ਦਾ ਵਾਸੀ ਹੈ 46 ਕੁ ਸਾਲ ਦਾ ਦਲਜਿੰਦਰ ਫਗੂੜਾ, ਇਹ ਪੁਲਿਸ ਨੇ ਚਾਰਜ ਕੀਤਾ ਜੀ ਵੀ ਇਸ ਤਰ੍ਹਾਂ ਦੇ ਕੰਮਕਾਰਾਂ 'ਚ। ਅਮਰਜੋਤ ਮਾਂਗਟ, ਇਹ ਅਮਰਜੋਤ ਮਾਂਗਟ ਉਹਨਾਂ ਨੇ ਬੜੀ ਕਮਾਲ ਕੀਤੀ ਆ ਵੈਸੇ ਵੀ ਇੱਥੇ ਡੀਜ਼ਲ ਚੋਰੀ ਕਰਨੇ, ਟਰੱਕ ਚੋਰੀ ਕਰਨੇ, ਤੇ ਆਮ ਆਪਾਂ ਬੜੇ ਪੀੜਤ ਆ ਜਿਹੜੇ ਟਰੱਕਿੰਗ 'ਚ ਲੱਗੇ ਹੋਏ ਭੈਣ ਭਰਾ ਨੇ, ਉਹਨਾਂ ਨੂੰ ਪਤਾ ਵੀ ਕਿੱਡੀ ਵੱਡੀ ਇਹ ਇਸ਼ੂਜ਼ ਇਹ ਚੋਰਾਂ ਤੇ ਚੋਰੀਆਂ ਨੇ ਬਣਾਇਆ ਹੋਇਆ।
ਇਹ ਤਾਂ ਹੁਣ ਦੁਨੀਆ ਦਾ ਆਪਾਂ ਕਹਿੰਦੇ ਵੀ ਸਵਰਗ, ਆਪਾਂ ਕਹਿੰਦੇ ਜੀ ਵੀ ਪੰਜਾਬ ਨੂੰ ਆਪਾਂ ਕੈਲੀਫੋਰਨੀਆ ਬਣਾਉਣਾ, ਪਰ ਜਿਹੜੇ ਪੰਜਾਬ ਤੋਂ ਕੈਲੀਫੋਰਨੀਆ ਦੇ ਵਿੱਚ ਪਹੁੰਚੇ ਹੋਏ ਪੰਜਾਬੀ ਆ ਵੀ ਉਹਨਾਂ ਨੇ ਉਹਨੂੰ ਕੈਲੀਫੋਰਨੀਆ ਰਹਿਣ ਦਿੱਤਾ ਕਿ ਜਾਂ ਕੁਛ ਹੋਰ ਬਣਾਈ ਜਾਂਦੇ ਜਾਂ ਹੋਰ ਬਣਾਈ ਜਾਂਦੀਆਂ। ਇਹ ਕਈ ਵਾਰੀ ਆਪਾਂ ਹਰਸ਼ ਏਦਾਂ ਹੁੰਦਾ ਵੀ ਜੱਗ ਤਰਨ ਵਾਲੀ ਗੱਲ ਕਹਿੰਦੇ ਆ ਵੀ 1469 ਚ ਗੁਰੂ ਸਾਹਿਬ ਆਏ ਤੇ ਉਹਨਾਂ ਨੇ ਜੱਗ ਤਾਰਨਾ ਸੀਗਾ ਜੀ, ਪਰ ਹੁਣ ਦੇਖੀਏ ਵੀ ਜੱਗ ਤਰ ਗਿਆ ਕਿ ਜਾਂ ਜੱਗ ਦਾ ਬਣਿਆ ਕੀ। 500 ਸਾਲਾਂ ਬਾਅਦ ਜੱਗ ਤੇ ਹੁਣ ਲੱਗਦਾ ਵੀ ਉੱਥੋਂ ਉਜੜੀ ਜਾਂਦਾ, ਉਜੜੀ ਗਿਆ ਤਕਰੀਬਨ। ਵੀ ਉਜੜ ਦਾ ਮਤਲਬ ਕੀ ਆ, ਜਦੋਂ ਉੱਥੋਂ ਨਿਕਲਣ ਲਈ ਆਪਾਂ ਅੱਡੇ ਫਾਈ ਕਿਹੜੇ ਲੈਣ ਨੂੰ ਤਿਆਰ ਨਹੀਂ ਤੇ ਫਿਰ ਉਜੜਨ ਤੋਂ ਹੋਰ ਬਾਕੀ ਕੀ ਰਹਿ ਗਿਆ। ਸੋ ਇਸ ਤਰ੍ਹਾਂ ਜੀ ਵੀ ਉਜੜ ਕੇ ਜਦੋਂ ਏਦਾਂ ਜਾਣੀ ਕਿ ਨਵੀਂ ਜਗ੍ਹਾ ਤੇ ਪਹੁੰਚੀਏ ਤੇ ਉਹਨੂੰ ਵੀ ਉਜਾੜੀਏ ਤੇ ਨਾਲ ਅਸੀਂ ਬਾਹਰੋਂ ਕਹੀਏ ਵੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਬਾਣੀ ਨੂੰ ਬਹੁਤ ਮੰਨਦੇ ਹਾਂ, ਅਸੀਂ ਧਾਰਮਿਕ ਬਹੁਤ ਹੈਗੇ ਆ, ਪਰ ਜਿੰਨਾ ਚਿਰ ਸਾਡੀ ਬਾਹਰੋਂ ਸ਼ਕਲ ਜਾਣੀ ਇਹ ਆ ਵੀ ਅਸੀਂ ਬਹੁਤ ਧਾਰਮਿਕ ਆ ਪਰ ਅੰਦਰੋਂ ਅਕਲ ਖਰਾਬ ਆ, ਅਸੀਂ LMIਆਂ ਵੇਚ ਰਹੇ ਆ, ਚੋਰ ਆ, ਚੋਰਨੀਆਂ ਆ। ਉਹ ਇਸੇ ਕਰਕੇ ਜੱਗ ਨਹੀਂ ਤਰਿਆ ਕਿ ਅਸੀਂ ਬਾਹਰੋਂ ਦਿਖਾਲਦੇ ਆ ਵੀ ਅਸੀਂ ਧਾਰਮਿਕ ਬਹੁਤ ਆ, ਅਸੀਂ ਬਹੁਤ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ, ਕਮਾਲ ਹੀ ਆ, ਤੇ ਜੱਗ ਨਿਕਲ ਕੇ ਤਰਨ ਦੀ ਬਜਾਏ ਫਿਰ ਉਜੜਨ ਦਾ ਇਹ ਸਬੂਤ ਆ ਵੀ ਅਸੀਂ ਦਿਖਾਲਦੇ ਕੁਛ ਹੋ ਰਹੇ ਆ ਤੇ ਅਸਲ ਦੇ ਵਿੱਚ ਮੌਕਾ ਮਿਲਦੇ ਸਾਰ ਜਿੱਡਾ ਕੁ ਹੱਥ ਪਵੇ ਅਸੀਂ ਕੱਟ ਕੋਈ ਨਹੀਂ ਕਰਦਾ। ਇਹ ਸੰਤ ਸਿੰਘ ਜੀ ਮਸਕੀਨ ਦੇ ਕਹੇ ਮੁਤਾਬਕ। ਸੋ ਇਹ ਹੈ ਜੀ ਵੀ ਜੱਗ ਤਾਂ ਨਹੀਂ ਤਰਿਆ ਕਿਉਂਕਿ ਅਸੀਂ ਉਹ ਧਰਨਾ ਹੀ ਨਹੀਂ ਦੇਣਾ ਚਾਹੁੰਦੇ, ਆਪੋ ਆਪਣੇ ਲਾਲਚਾਂ ਖੁਦਗਰਜ਼ੀਆਂ ਦੇ ਤਹਿਤ। ਸੋ ਇਹ ਭਾਈ ਸਾਹਿਬ ਦਾ ਕੰਮ ਇਹ ਸੀਗਾ ਵੀ ਇਹਨੇ ਕੋਈ ਪਾਣੀ ਦਾ ਉੱਥੇ ਪਹਿਲਾਂ ਟਰੱਕ ਚੋਰੀ ਕੀਤਾ, ਸਕੀਮ ਬਣਾਈ ਨਾ, ਤੇ ਉਹ ਟਰੱਕ ਦੇ ਵਿੱਚ ਜਾਣੀ ਇਹਨੇ ਡੀਜ਼ਲ ਜਿਹੜਾ ਜੀ, ਉੱਥੇ ਰੈਂਚਸ ਜਿਹੜੇ ਫਾਰਮਸ ਬਣੇ ਹੋਏ ਆ ਵੀ ਉੱਥੋਂ ਚੋਰੀ ਕਰਨੇ, ਤੇ ਉਹ ਪਾਣੀ ਵਾਲਾ ਜਾਣੀ ਟਰੱਕ ਇਹਨੇ ਡੀਜ਼ਲ ਨਾਲ ਭਰ ਕੇ ਗਾਂ ਇਹਦੀਆਂ ਜੋ ਵੀ ਸਕੀਮਾਂ ਹੋਣਗੀਆਂ ਏਦਾਂ ਹੀ ਜਾਣੀ ਕਿ ਇਹਨੇ ਇੱਕ ਮਹਿੰਗਾ ਇਹ ਜਿਹੜਾ ਹੁਣ ਟਰੱਕ ਉਹ ਪਾਣੀ ਵਾਲਾ ਸੀਗਾ ਉਹਦੀ ਵੈਲਿਊ ਸੀ $2.25 ਲੱਖ US। ਸੋ $250,000 ਕੈਨੇਡੀਅਨ ਆਲਮੋਸਟ ਬਣ ਜਾਂਦਾ ਉਹ। ਅੱਛਾ, ਇਹਦੇ ਨਾਲ ਹੀ ਮਹਿੰਗਾ ਟਰੈਕਟਰ ਚੋਰੀ ਕੀਤਾ, 15,000 ਦਾ ਟਰੈਕਟਰ। ਉਹ ਟਰੈਕਟਰ ਚੋਰੀ ਕਰਕੇ ਰਾਤ, ਦੇਖੋ ਰਾਤ ਸੌਣ ਵਾਸਤੇ ਹੈ ਇਹ ਭਾਈ ਸਾਹਿਬ, ਰਾਤ ਨੂੰ ਜਾਣੀ ਕਿ 2-2:30 ਵਜੇ 4 ਵਜੇ ਜਾਣੀ ਕਿ ਚੋਰੀਆਂ ਕਰਨ ਤੁਰਿਆ ਹੋਇਆ। ਉਹ ਮੁੜ ਕੇ 8-8:30 ਵਜੇ ਜਾਣੀ ਇੰਨਾ ਕੁ ਥੱਕ ਗਿਆ ਚੋਰੀਆਂ ਚਕਾਰੀਆਂ ਕਰਦਾ ਕਿ ਟਰੈਕਟਰ ਤੇ ਹੀ ਸੌਂ ਗਿਆ ਜੀ, ਤੇ ਟਰੈਕਟਰ ਤੇ ਸੁੱਤਾ ਪਿਆ ਜਾਣੀ ਪੁਲਿਸ ਨੇ ਫਿਰ ਸਵੇਰੇ 8:30 ਵਜੇ ਫੜਿਆ ਜੀ ਇਹਨੂੰ, ਹਨਾ, ਅਮਰਜੋਤ ਮੰਗੜ ਸਾਹਿਬ ਨੂੰ। ਫਰੈਜ਼ਨੋ ਦਾ ਰਹਿਣ ਵਾਲਾ। ਫਰੈਜ਼ਨੋ ਸ਼ਹਿਰ ਵਿੱਚ ਜਿਹੜੇ ਵੀ ਲੋਕ ਗਏ ਆ ਉਹਨਾਂ ਨੂੰ ਪਤਾ ਵੀ ਕਿੱਡਾ ਖੂਬਸੂਰਤ ਨਵਾਂ ਵਸਿਆ ਉਹ ਸ਼ਹਿਰ ਆ, ਇੰਨੀ ਲਾਈਫ ਉੱਥੇ ਧੜਕਦੀ ਆ, ਤੇ ਅਸੀਂ ਕੀ ਉੱਥੇ ਜਾ ਕੇ ਜਾਣੀ ਕਿ ਚੰਦ ਚਾੜ ਰਹੇ ਆ ਤੇ ਨਾਲ ਕਹਿੰਦੇ ਆ ਵੀ ਅਸੀਂ ਦੁਨੀਆ 'ਚ ਨੰਬਰ 1 ਆ, ਵੀ ਸਾਡੇ ਵਰਗਾ ਹੋਰ ਕੋਈ ਪੈਦਾ ਨਹੀਂ ਹੋਇਆ। ਸੋ ਅਸੀਂ ਇਹ ਜਿਹੜੀਆਂ ਗੱਲਾਂ ਅਰਸ਼ ਕਰਦੇ ਆ, ਸਾਡਾ ਮਕਸਦ ਕਿਸੇ ਭੈਣ ਭਰਾ ਨੂੰ, ਸਾਡਾ ਮਕਸਦ ਕਿਸੇ ਪਰਿਵਾਰ ਨੂੰ, ਸਾਡਾ ਮਕਸਦ ਰਿਸ਼ਤੇਦਾਰਾਂ, ਦੋਸਤਾਂ, ਸੰਬੰਧੀਆਂ ਨੂੰ, ਕਮਿਊਨਿਟੀ ਨੂੰ, ਕਿਸੇ ਦੇ ਮਨ ਨੂੰ ਠੇਸ ਪਹੁੰਚਾਉਣਾ ਨਹੀਂ ਹੈ, ਕਿਸੇ ਨੂੰ ਨੀਵਾਂ ਦਿਖਾਉਣਾ ਸਾਡਾ ਮਕਸਦ ਨਹੀਂ ਹੈ। ਅਸੀਂ ਹਿਰਦਾ ਚੀਰ ਕੇ ਨਹੀਂ ਦਿਖਾ ਸਕਦੇ ਵੀ ਸਾਡੀ ਭਾਵਨਾ ਕੀ ਹੈ, ਪਰ ਜਿਨ੍ਹਾਂ ਦਾ ਦਿਮਾਗ ਸਿੱਧਾ ਚੱਲਦਾ ਉਹਨਾਂ ਨੂੰ ਪਤਾ ਸਾਡੇ ਬੋਲਣ ਦਾ, ਸਾਡੇ ਕੁਰਲਾਉਣ ਦਾ ਮਕਸਦ ਕੀ ਆ। ਵੀ ਅਸੀਂ ਉਜੜ ਕੇ ਦੂਰੋਂ ਚੱਲ ਕੇ ਆਏ ਆ ਖਾਲੀ ਹੱਥ ਜਾਂ 2 ਟੈਚੀਆਂ ਦੇ ਨਾਲ, ਕਿਸੇ ਆਸ ਦੇ ਨਾਲ। ਆਸ ਆ ਵੀ ਸਾਡੀ ਲਾਈਫ ਬੈਟਰ ਹੋ ਜੇ, ਅਸੀਂ ਵਸ ਜਾਈਏ। ਅਸੀਂ ਉਜੜ ਕੇ ਆ ਰਹੇ ਹਾਂ, ਅਸੀਂ ਵਸ ਜਾਈਏ। ਸਾਡਾ ਮਕਸਦ ਇਹ ਆ ਵੀ ਉਹ ਵਸਣ ਦੀ ਭਾਵਨਾ ਦੇ ਨਾਲ ਆਈ ਹੋਈ ਕਮਿਊਨਿਟੀ ਇਹ ਉਜਾੜੇ ਸਿਰਜ ਰਹੇ ਤੇ ਸਿਰਜ ਰਹੀਆਂ ਲੋਕਾਂ ਦੇ ਕਰਕੇ ਇਹ ਆਪ ਵੀ ਨਾ ਉਜੜਨ ਤੇ ਸਾਡੀ ਕਮਿਊਨਿਟੀ ਨੂੰ ਵੀ ਵਸ ਲੈਣ ਦੇਣ, ਉਹਨਾਂ ਦਾ ਵੀ ਨਾ ਇਹ ਨੁਕਸਾਨ ਨਾ ਪਹੁੰਚਾਉਣ। ਸਾਡਾ ਮਕਸਦ ਇੰਨਾ ਹੀ ਆ ਸਿਰਫ, ਜੇ ਅਸੀਂ ਉਜੜ ਕੇ ਆਏ ਹੋਏ ਲੋਕ ਹੁਣ ਵਸ ਜਾਈਏ, ਸਿਰਫ ਇੰਨਾ ਮਕਸਦ ਆ। ਇਹ ਗੱਲਾਂ ਉਭਾਰ ਕੇ ਸਾਨੂੰ ਕਰਨੀਆਂ ਪੈਂਦੀਆਂ ਜਦੋਂ ਨਵੇਂ ਸਾਲ ਦੇ 115 ਦਿਨਾਂ 'ਚ 75 ਤੋਂ ਜ਼ਿਆਦਾ ਲੋਕ ਸਾਡੇ ਇੱਕ ਸ਼ਹਿਰ ਦੇ ਆਸ-ਪਾਸ ਹੀ ਕੈਨੇਡਾ 'ਚ ਫੜ ਹੋ ਜਾਣ, ਅਰੈਸਟ ਹੋ ਜਾਣ ਅਪਰਾਧਾਂ ਦੇ ਵਿੱਚ। ਸਾਨੂੰ ਇਸ ਗੱਲ ਦਾ ਦਰਦ ਆ ਕਿ ਅਸੀਂ ਉਜੜ ਕੇ ਆ ਰਹੀ ਕੌਮ, ਅਸੀਂ ਵਸ ਨਾ ਸਕੀਏ ਤੇ ਅਸੀਂ ਫਿਰ ਸਾਰੀ ਦੁਨੀਆ 'ਚ ਉਜਾੜੇ ਭਾਲਣ ਵਾਲੀ ਕੌਮ ਦਾ ਠੱਪਾ ਸਾਡੇ ਤੇ ਲੱਗ ਨਾ ਜਾਵੇ। ਸੋ ਤਦ ਕਰਕੇ ਭੈਣ ਭਰਾਓ, ਆ ਦੇਖ ਲਓ ਤੁਸੀਂ ਕਿੰਨੇ ਨਾਂ ਦੱਸੇ ਆ ਅਰਸ਼, ਆਲੇ ਦੁਆਲੇ ਦੇ ਵਿੱਚ। ਮਤਲਬ ਆਪਾਂ ਦੇਖੀਏ ਨਾ, ਅਸੀਂ ਪੰਜਾਬ ਨੂੰ ਉਹ ਬਣਾਉਣ ਨੂੰ ਫਿਰਦੇ ਹਾਂ ਤੇ ਉੱਥੋਂ ਪੰਜਾਬ ਤੋਂ ਆ ਕੇ ਅਸੀਂ ਇਹਨੂੰ ਕੀ ਬਣਾਈ ਜਾਂਦੇ ਹਾਂ, ਉਹਨਾਂ 'ਚ ਨੁਕਸ ਇੱਥੇ ਆ ਕੇ ਕੱਢਦੇ ਹਾਂ, ਆਪਣੇ 'ਚ ਨਹੀਂ ਕੱਢਿਆ ਕੋਈ ਵੀ। ਇਸ ਕਰਕੇ ਉਜਾੜੇ ਇਹ ਪ੍ਰਤੱਖ ਸਾਡੇ ਸਾਹਮਣੇ ਆ। ਸਰੀ ਤੇ ਬਰੈਂਪਟਨ 'ਚੋਂ ਬਾਹਰ ਨਿਕਲ ਕੇ ਦੇਖ ਲਓ, ਕੈਨੇਡਾ ਬੜਾ ਸੋਹਣਾ ਕਿਉਂ ਆ। 30-40 ਸਾਲਾਂ 'ਚ ਜੇ ਬਰੈਂਪਟਨ ਤੁਸੀਂ ਕਹਿੰਦੇ ਜੀ ਖਰਾਬ ਹੋ ਗਿਆ ਜੀ, ਸਰੀ ਖਰਾਬ ਹੋ ਗਿਆ ਜੀ, ਉਹ ਕਿਉਂ ਹੋ ਗਿਆ ਜੀ? ਕੌਣ ਆ ਗਿਆ ਉੱਥੇ, ਕਿੰਨੇ ਖਰਾਬ ਕਰਤਾ? ਸਾਡੇ ਆਉਣ ਤੋਂ ਪਹਿਲਾਂ ਠੀਕ ਸੀ ਤੇ ਹੁਣ ਕਿੱਦਾਂ ਖਰਾਬ ਹੋ ਗਿਆ?
ਐਨਾਲਾਈਜ਼ ਸਹੀ ਕਰ ਲਈਏ, ਕੰਧ ਤੇ ਲਿਖਿਆ ਤੇ ਸਭ ਕੁਝ ਕਿਵੇਂ ਵਾਪਰ ਰਿਹਾ। ਸੋ ਆਪਾਂ ਦੜ ਵੱਟ ਚੁੱਪ ਤੋੜੀਏ ਤੇ ਉਜੜ ਕੇ ਆ ਰਹੇ ਲੋਕ ਆਪਾਂ ਵਸ ਜਾਈਏ, ਸਾਡਾ ਨਾ ਹੋਵੇ। ਕੱਲ ਨਾ ਕੀਤਾ ਆਪਾਂ ਡਾਊਨਟਾਊਨ ਦੇ ਵਿੱਚ ਬਹੁਤ ਬਹੁਤ ਧੰਨਵਾਦ ਹੈ ਕੌਮ ਦਾ। ਪਰ ਆ ਜੋ ਕੁਛ ਅਸੀਂ ਕਰ ਰਹੇ ਹਾਂ ਇਹਦੇ ਬਾਰੇ ਬਹੁਤ ਲੰਬਾ ਸਮਾਂ ਆਪਾਂ ਚੁੱਪ ਰਹਿ ਲਿਆ, ਹੁਣ ਆਪਾਂ ਚੁੱਪ ਨਹੀਂ ਰਹਿਣਾ। ਬਹੁਤ ਲੰਬਾ ਸਮਾਂ ਚੁੱਪ ਰਹਿ ਲਿਆ ਕਰਕੇ ਸਿਉਂਕ ਤੇ ਘੁਣ ਬਣ ਕੇ ਇਹ ਲੋਕ ਜਾਣੀ ਕਿ ਕੈਨੇਡਾ ਨੂੰ ਖਾ ਰਹੇ ਆ, ਤੁਹਾਨੂੰ ਖਾ ਰਹੇ ਆ, ਜਿਹੜੇ ਚੁੱਪ ਹੋ ਤੁਹਾਨੂੰ ਖਾ ਰਹੇ ਆ। ਆਪਣੇ ਘਰ ਤੇ ਆਪਣੇ ਕਾਫਲੇ ਵੱਡੇ ਕਰ ਰਹੇ ਆ, ਹੋਰ ਤਕੜੇ ਮਜ਼ਬੂਤ ਪਲ ਕੇ ਹੋ ਰਹੇ ਆ, ਹੋਰ ਵੱਡੇ ਉਜਾੜੇ ਕਰਨ ਵਾਸਤੇ ਤਿਆਰੀਆਂ। ਸੋ ਇਸ ਕਰਕੇ ਇਹ ਜਿੰਨੀ ਸੂਲ ਉਗਦਿਆਂ ਤੁਸੀਂ ਮਿੱਧ ਲਓਗੇ ਜੀ ਓਨਾ ਸੌਖਾ ਜਾਣੀ ਕਿ ਸਫਾਈ ਜਿਹੜੀ ਆ ਉਹ ਰਹਿਣਾ ਸੰਭਵ ਹੋਏਗੀ। ਇਹਨਾਂ ਮੁਲਕਾਂ 'ਚ ਤਦੇ ਇਹਨਾਂ ਲੋਕਾਂ ਨੇ ਕਲਚਰ ਇਹ ਬਣਾਇਆ ਸੀ, ਜਦੋਂ ਆਂਢ ਗੁਆਂਢ ਦੇ ਵਿੱਚ ਕੋਈ ਸੂਲ ਉੱਗੀ ਉਹਦੇ ਨਾਲ ਆਪ ਨਹੀਂ ਲੜਨਾ, ਉਹਦੇ ਵਿੱਚ ਸਿਸਟਮ ਨੂੰ ਇਨਵੋਲਵ ਕਰਕੇ ਉਸੇ ਵੇਲੇ ਉਹਨੂੰ ਮਧੋੜ ਲੈਣਾ ਹੈ ਤੇ ਨੰਬਰ 1 ਰਹਿੰਦਾ ਸੀ ਆਲੇ ਦੁਆਲੇ ਸਾਰੇ। ਅੱਜ ਜੇ ਨੰਬਰ 1 ਨਹੀਂ ਰਹਿ ਰਿਹਾ ਜੀ ਤੁਹਾਡੀਆਂ ਖਾਮੋਸ਼ੀਆਂ ਕਰਕੇ, ਸਿਰਫ ਤੁਸੀਂ ਆਪਸ ਵਿੱਚ ਗੱਲਾਂ ਕਰ ਰਹੇ ਹੋ, ਮੈਂ ਫਲਾਨੀ ਜਗ੍ਹਾ ਫੋਨ ਕੀਤਾ, ਤੁਸੀਂ ਸਿਸਟਮ ਨੂੰ ਸਹੀ ਅਡੋਪਟ ਨਹੀਂ ਕੀਤਾ, ਸਿਸਟਮ ਦਾ ਸਹਿਯੋਗ ਨਹੀਂ ਦਿੱਤਾ, ਜਿਸ ਕਰਕੇ ਇਹ ਸਾਰਾ ਆਲੇ ਦੁਆਲੇ ਖਰਾਬ ਹੋ ਰਿਹਾ ਜੀ। ਜੌਹਰ ਸਾਹਿਬ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਇਹ ਸੰਸੀ ਸਤਪਾਲ ਸਿੰਘ ਜੌਹਰ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।